ਸਤਿ ਸ੍ਰੀ ਅਕਾਲ। ਅੱਜ ਅਸੀਂ ਇੰਦਰਜੀਤ ਸਿੱਧੂ ਜੀ ਨਾਲ ਗੱਲ ਕਰ ਰਹੇ ਹਾਂ ਜੋ ਕਿ ਇੱਕ ਮਸ਼ਹੂਰ ਲੇਖਕ ਹਨ। ਜੀ ਆਇਆਂ ਨੂੰ ਇੰਦਰਜੀਤ ਜੀ। ਥੈਂਕ ਯੂ ਬੇਟਾ ਤੁਹਾਡਾ। ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਕੁੜੀਆਂ ਪੰਜਾਬੀ ਪੜ੍ਹਦੀਆਂ ਜੋ ਕੈਨੇਡਾ ਵਿੱਚ ਆ ਕੇ। ਔਰ ਫਿਰ ਜਦੋਂ ਮੇਰੀ ਇੰਟਰਵਿਊ ਲੈਣ ਵਾਸਤੇ ਮੈਨੂੰ ਐਂ ਲੱਗਦਾ ਹੈ ਵੀ ਮੇਰੇ ਸਾਰੇ ਅਵਾਰਡ ਜਿਹੜੇ ਨੇ ਉਹ ਅੱਜ ਮੈਨੂੰ ਮਿਲ ਗਏ ਨੇ। ਦੈਟ ਦਿਸ ਇਜ਼ ਮਾਈ ਫੀਲਿੰਗ। ਸਾਨੂੰ ਵੀ ਬਹੁਤ ਚੰਗਾ ਲੱਗਦਾ ਜਦੋਂ ਆਪਾਂ ਪੰਜਾਬੀ ਬੋਲਦੇ ਹਾਂ ਇੱਥੇ ਕੈਨੇਡਾ ਵਿੱਚ ਵੀ ਆ ਕੇ। ਤੁਹਾਡੀ ਪੰਜਾਬੀ ਜਿਹੜੀ ਨਾ ਇਹਦੇ 'ਚ ਮੋਹ ਬੜਾ ਹੈ ਕਿਉਂਕਿ ਜੇ ਅਸੀਂ ਤਾਂ ਅੱਖਰ ਵੀ ਪੰਜਾਬੀ ਬੋਲਦੇ ਹਾਂ। ਜਿਹੜੇ ਪੰਜਾਬ ਤੋਂ ਆਏ ਨੇ ਨਾ ਉਹ ਜਿਹੜੀ ਪੰਜਾਬੀ ਬੋਲਦੇ ਨੇ ਉਹ ਤੇ ਘੁਆੜੇ ਵਰਗੀ ਪੰਜਾਬੀ ਬੋਲਦੇ ਨੇ। ਤੇ ਤੁਹਾਡੀ ਹੁਣ ਸਬਰੀਨਾ ਜਦੋਂ ਟੈਲੀਫੋਨ ਕਰਦੀ ਰਹੀ ਹੈ ਮੈਨੂੰ, ਸ਼ੀ ਹੈਜ਼ ਸਮਥਿੰਗ ਇਨ ਹਰ ਵੌਇਸ। ਤੁਹਾਡੀ ਆਵਾਜ਼ ਵਿੱਚ ਜਿਹੜੇ ਬੱਚੇ ਇੱਥੇ ਪੰਜਾਬੀ ਸਿੱਖੇ ਨੇ ਉਹ ਬੋਲਦੇ ਨੇ ਉਹ ਬੜੇ ਪਿਆਰ ਨਾਲ, ਕਿਉਂਕਿ ਉਹਨਾਂ ਨੇ ਲਰਨ ਕਰਕੇ ਸਿੱਖੀ ਹੈ। ਅਸੀਂ ਆਟੋਮੈਟਿਕਲੀ ਆ ਗਈ ਸਾਨੂੰ। ਤੁਸੀਂ ਘਰਾਂ 'ਚੋਂ ਥੋੜ੍ਹੀ ਸਿੱਖੀ ਹੈ, ਬਾਹਰ ਜ਼ਿਆਦਾ ਸਿੱਖੀ ਹੈ। ਸੋ ਯੂ ਹੈਵ ਲਰਨਡ ਇਟ। ਨਹੀਂ, ਪਰ ਜਦੋਂ ਮੈਂ ਇੰਡੀਆ ਜਾਂਦੀ ਹਾਂ ਉਦੋਂ ਉੱਥੇ ਸਾਰੇ ਮੇਰਾ ਮਜ਼ਾਕ ਉਡਾਉਂਦੇ ਨੇ ਕਿ ਪੰਜਾਬੀ ਬੋਲਣੀ ਨਹੀਂ ਆਉਂਦੀ। ਤੇਰੀ ਪੰਜਾਬੀ ਥੋੜੀ ਅਲੱਗ ਆ। ਤੁਸੀਂ ਕਹੋ ਮੈਂ ਅਲੱਗ ਮੁਲਕ 'ਚੋਂ ਆਈ ਹਾਂ, ਮੈਂ ਗੋਰਿਆਂ ਦੇ ਮੁਲਕ 'ਚੋਂ ਪੰਜਾਬੀ ਸਿੱਖ ਕੇ ਆਈ ਹਾਂ। ਮੇਰੀ ਇਹਦੀ ਬਹਾਦਰੀ ਦੇਖੋ ਤੁਸੀਂ। ਹੋਰ ਤੁਸੀਂ ਸਾਨੂੰ ਆਪਣੇ ਬਾਰੇ ਕੁਝ ਦੱਸੋ। ਤੁਸੀਂ ਕੁਝ ਵੀ ਤੋਂ ਕੈਨੇਡਾ ਆਉਣ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ? ਸਫ਼ਰ ਤਾਂ ਬਹੁਤ ਲੰਬਾ ਸੀ, ਬੜਾ ਔਖਾ ਸੀ, ਕਿਉਂਕਿ ਜਦੋਂ ਤੁਸੀਂ ਇੱਕ ਐਸਟੈਬਲਿਸ਼ਡ ਸਟੇਟ ਛੱਡ ਕੇ ਆਉਂਦੇ ਹੋ, ਤੁਸੀਂ ਆਪਣੇ ਪੈਰਾਂ ਥੱਲੇ ਜ਼ਮੀਨ ਛੱਡ ਕੇ ਆਉਂਦੇ ਹੋ, ਤੇ ਨਵੇਂ ਮੁਲਕ 'ਚ ਆ ਕੇ ਜਦੋਂ ਜ਼ਮੀਨ ਲੱਭਣੀ ਪਵੇ ਠੇਡੇ ਬੜੇ ਪੈਂਦੇ ਨੇ। ਤੇ ਮੇਰੇ ਵਰਗੀ ਨੂੰ ਤਾਂ ਖਾਸ ਕਰਕੇ ਬਹੁਤ ਪਏ, ਕਿਉਂਕਿ ਮੈਂ ਬਹੁਤ ਇੰਡੀਅਨ ਸਟੇਟਸ ਦੇ ਹਿਸਾਬ ਨਾਲ ਮੈਂ ਸਟੇਟ ਲੈਵਲ ਤੋਂ ਆਈ ਸਾਂ। ਮੇਰੇ ਹਸਬੈਂਡ ਬਹੁਤ ਵੱਡੇ ਅਫਸਰ ਸੀ। ਇੱਥੇ ਆ ਕੇ ਬੜੇ ਸਬਕ ਸਿਖਾਏ ਲੋਕਾਂ ਨੇ ਮੈਨੂੰ। ਕੁਝ ਮੇਰੇ ਸਟੇਟਸ ਤੋਂ ਮੇਰੇ ਦੁਸ਼ਮਣੇ ਸੀ, ਕੁਝ ਮੇਰੇ ਘਰ 'ਚੋਂ ਸੀ, ਕੁਝ ਪਤਾ ਨਹੀਂ ਮੈਨੂੰ ਪਰ ਮੈਂ ਇੱਕ ਸੋਚਿਆ ਸੀ ਕਿ ਮੈਂ ਹਾਰਨਾ ਨਹੀਂ। ਮੈਂ ਤੁਹਾਡੇ ਲਈ ਆਪਣੀ ਕਿਤਾਬ ਲਿਆਈ ਹਾਂ, ਨਾ ਸੜਕਾਂ ਨਾ ਦਾਇਰੇ। ਇਹ ਮੇਰੀ ਬਾਇਓਗ੍ਰਾਫੀ ਹੈ। ਇਹ ਦੱਸ ਦੂਗੀ ਮੇਰਾ ਕੈਨੇਡਾ ਦਾ ਸਫ਼ਰ ਕਿਹੋ ਜਿਹਾ ਸੀ। ਮੈਂ 50 years ਦੀ ਸੀ ਜਦੋਂ ਮੈਂ ਕੈਨੇਡਾ ਆਈ। 2-4 ਸਾਲ ਬਹੁਤ ਧੱਕੇ ਖਾਧੇ ਨੌਕਰੀ ਲੱਭਦੀ। ਇੰਡੀਆ ਦੇ ਹਿਸਾਬ ਨਾਲ ਮੈਂ ਮਾਸਟਰਸ ਇੰਗਲਿਸ਼, ਮਾਸਟਰਸ ਪੰਜਾਬੀ B.Ed ਕੀਤੀ ਹੈ। ਉੱਥੋਂ ਚੰਗੇ ਹਾਈ ਸਟੇਟਸ 'ਚੋਂ ਬਹੁਤ ਪੜ੍ਹ ਕੇ ਆਈ ਹਾਂ। ਪਰ ਇੱਥੇ ਕੈਨੇਡਾ ਵਿੱਚ ਜਿੱਥੇ ਤੁਸੀਂ ਨੌਕਰੀ ਲੈਣ ਈਵਨ ਭਾਂਡੇ ਮਾਂਜਣ ਦੀ ਨੌਕਰੀ ਵੀ ਲੈਣ ਜਾਂਦੇ ਸੀ, ਉਹ ਵੀ ਪੁੱਛਦੇ ਸੀ ਯੂ ਹੈਵ ਸਮ ਕੈਨੇਡੀਅਨ ਕੁਆਲੀਫਿਕੇਸ਼ਨ। ਤੇ ਜੇ ਤੁਹਾਨੂੰ ਜਾਂ ਕਹਿੰਦੇ ਸੀ ਯੂ ਆਰ ਓਵਰ ਕੁਆਲੀਫਾਈਡ। ਹੁਣ ਵੀ ਇੱਥੇ ਉਹੀ ਹੈਗੀ ਹੈ ਨਹੀਂ, ਹੁਣ ਤਾਂ ਨਾ ਲੋਕ ਬਹੁਤ ਸਮਾਰਟ ਹੋ ਗਏ ਨੇ। ਜਿਹੜੇ ਇੰਡੀਆ ਤੋਂ ਆ ਗਏ ਨੇ ਨਾ, ਹੁਣ ਜਿਹੜੇ ਆ ਰਹੇ ਨੇ ਉਹ ਬੜੇ ਕਰੁੱਕ ਹੋ ਗਏ ਨੇ ਲੋਕ। ਦੇ ਫੁੱਲੀ ਟ੍ਰੇਨਡ ਕਿ ਉਹਨਾਂ ਨੇ ਕਿਵੇਂ ਧੋਖਾ ਦੇਣਾ, ਉਹਨਾਂ ਤੁਹਾਡਾ ਅੱਗਾ ਪਿੱਛਾ ਕਿੱਦਾਂ ਖਤਮ ਕਰਨਾ। ਤੁਹਾਡਾ ਜਿਹੜਾ ਸਾਡੀ ਕ੍ਰੈਡੀਬਿਲਿਟੀ ਸੀ ਉਹਦੇ ਉੱਤੇ ਕੋਈ ਸਾਨੂੰ ਉਹਨਾਂ ਨੇ ਝੰਡੇ ਨਹੀਂ ਲਾਏ ਜਿਹੜੇ ਨਵੇਂ ਆ ਰਹੇ ਨੇ ਇਸ ਵੇਲੇ। ਉਹ ਇਸ ਕਰਕੇ ਸਾਡੀ ਕ੍ਰੈਡੀਬਿਲਿਟੀ ਅੰਡਰ ਕੁਐਸਚਨ ਹੈ। ਤੇ ਮੈਂ ਕਿਉਂਕਿ ਮੈਂ ਤੇ ਸ਼ੁਰੂ ਤੋਂ ਹੀ ਸੱਚ ਨਾਲ ਪੰਗਾ ਲੈਂਦੀ ਰਹੀ ਹਾਂ, ਸੱਚ ਹੀ ਲਿਖਦੀ ਰਹੀ ਹਾਂ। ਤੇ ਮੈਂ ਪੋਲੀਟੀਕਲ ਲੇਖ ਲਿਖਦੀ ਹਾਂ ਇੱਥੇ ਅਖਬਾਰਾਂ ਦੇ ਵਿੱਚ, ਜੋ ਸਾਡੀ ਪੋਲੀਟਿਕਸ ਹੈ ਉਹਦੇ ਬਾਰੇ। ਇੱਥੇ ਕੈਨੇਡੀਅਨ ਪੋਲੀਟਿਕਸ, ਜੋ ਇੰਡੀਅਨ ਪੋਲੀਟਿਕਸ ਹੈ ਉਹਦੇ ਬਾਰੇ ਮੈਂ ਟਾਕ ਸ਼ੋਅ ਕਰਦੀ ਰੇਡੀਓ 'ਤੇ ਕਰਦੀ ਰਹੀ ਹਾਂ। ਤੇ ਫਿਰ ਮੈਂ ਪਹਿਲੀ ਨੌਕਰੀ ਵੈਨਕੂਵਰ ਲਾਇਬ੍ਰੇਰੀ ਵਿੱਚ ਭਾਂਡੇ ਮਾਂਜਣ ਦੀ ਕੀਤੀ ਸੀ, ਕੈਫੇਟੇਰੀਆ 'ਚ। ਔਰ ਬੜੀ ਸਿਫਾਰਿਸ਼ ਨਾਲ ਉਹ ਨੌਕਰੀ ਮੈਨੂੰ ਮਿਲੀ। ਮੇਰੀ ਇੱਕ ਰਿਸ਼ਤੇਦਾਰ ਹੈ ਲੜਕੀ, ਉਹ ਮੈਨੂੰ ਕਹਿੰਦੀ ਭੈਣ ਜੀ, ਤਾਂ ਉਹ ਮੈਨੂੰ ਪਤਾ ਮੈਂ ਕਿੱਥੋਂ ਆਈ ਹਾਂ। ਮੈਂ ਇੰਡੀਆ ਪਹਿਲੀ ਔਰਤ ਸਾਂ, ਇਕੱਲੀ ਜਿਹੜੀ ਪੰਜਾਬ 'ਚ ਕਾਰ ਚਲਾਉਂਦੀ ਸੀ। ਆਈ ਵਾਜ਼ ਦਾ ਓਨਲੀ ਵੂਮਨ ਇਨ ਪੰਜਾਬ ਜਿਹੜੀ ਚਲਾਉਂਦੀ ਸੀ ਕਾਰ। ਸ਼ੀ ਨਿਊ ਮੀ ਕਿ ਮੈਂ ਕਿੱਧਰੋਂ ਆਈ ਹਾਂ। ਉਹ ਮੈਨੂੰ ਕਹਿੰਦੀ ਭੈਣ ਜੀ ਮੈਂ ਦੱਸਾਂ ਤੇ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ, ਮੈਂ ਤੁਹਾਨੂੰ ਭੇਜਦੀ ਹਾਂ ਇੱਕ ਥਾਂ 'ਤੇ ਵੀ ਕਿਤਾਬਾਂ 'ਚ ਰਹੋਗੇ ਤੁਸੀਂ। ਉਹਨੇ ਇੰਡਾਇਰੈਕਟਲੀ ਮੈਨੂੰ ਕਿਹਾ ਵੀ ਯੂ ਵਿਲ ਬੀ ਇਨ ਦ ਬੁੱਕਸ। ਮੈਂ ਕਿਹਾ ਅੱਛਾ ਭੇਜ ਦੇ। ਉੱਥੇ ਮੈਨੂੰ ਕੈਫੇਟੇਰੀਆ 'ਚ ਭੇਜਿਆ ਉਹਨੇ, ਤੇ ਉਹ ਕੈਫੇਟੇਰੀਆ ਦੀ ਮਾਲਕ ਇਸਮਾਈਲਨ ਸੀ। ਤੇ ਉਹਨੇ ਮੈਨੂੰ कहती भी ये तो बड़ी ख़तरनाक की बात करती है, तो इधर इनके साथ इंग्लिश बोलेगी।
ਤਾਂ ਉਹਨੇ ਮੈਨੂੰ ਬੜੀ ਟ੍ਰੇਨਿੰਗ ਦੇਣੀ ਵੀ ਤੂੰ ਇਹਨਾਂ ਗੋਰੀਆਂ ਨੂੰ ਹੈਲੋ ਹਾਈ ਨਾ ਕਰੀ। ਤੇ $6 ਮੇਰਾ ਕਿਰਾਇਆ ਲੱਗਦਾ ਸੀ ਆਉਣ ਜਾਣ ਦਾ, ਲਾਈਕ $25-30 ਆਲਮੋਸਟ ਮੈਂ ਮਹੀਨੇ ਵਿੱਚ 2 ਮਹੀਨੇ ਉਹਦੇ ਕੋਲ ਕੰਮ ਕੀਤਾ ਹੋਣਾ। ਫਿਰ ਮੈਨੂੰ ਗੋਰੀਆਂ ਮੇਰੀਆਂ ਫਰੈਂਡਸ ਬੜੀਆਂ ਬਣ ਗਈਆਂ, ਕਿਉਂਕਿ ਮੈਨੂੰ ਇੰਗਲਿਸ਼ ਦੀ ਪ੍ਰੋਬਲਮ ਕੋਈ ਨਹੀਂ ਸੀ। तो मैनू एक दिन मिस्टर दाम जी ने मैनू कहा, कहते आप कितना पढ़े हो, कहाँ से आए हो, ये रोशन के चक्कर में कैसे पढ़ गए। मैं कहा जी मैं दसिया उन्होंने, मैं कहा मेरे हस्बैंड स्टेट लेवल तो ऑफिसर कमिश्नर थी। मैं कहा मैं कहते अच्छा घबराना नहीं, यू विल बी ऑल राइट। तो मैं कहा उन्होंने को 250 ट्रैवल लॉज है नॉर्थ अमेरिका च। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਆਹ ਜਿਹਾ ਰੈਸਟੋਰੈਂਟ ਮੈਨੂੰ ਵੀ ਦੇ ਦਿਓ ਵੀ ਮੈਂ ਵੀ, ਮੈਨੂੰ ਕਹਿੰਦੇ ਤੁਸੀਂ ਚਲਾ ਲਓਗੇ। ਮੈਂ ਕਿਹਾ ਜੇ ਮੈਂ ਰੋਸ਼ਨ ਦੀ ਚਲਾ ਸਕਦੀ ਹਾਂ ਮੈਂ ਵੀ ਚਲਾ ਲੂੰਗੀ। ਤਾਂ ਮੈਨੂੰ ਕਹਿੰਦੇ ਤੁਸੀਂ ਘਰ ਜਾਓ। ਤੀਸਰੇ ਦਿਨ ਉਹਨਾਂ ਨੇ ਉਹੀ ਰੈਸਟੋਰੈਂਟ ਮੈਨੂੰ ਦੇ ਦਿੱਤਾ। ਅੱਛਾ ਮੈਂ 15 ਮਹੀਨੇ ਰੈਸਟੋਰੈਂਟ ਕੀਤਾ। 15 ਮਹੀਨਿਆਂ ਵਿੱਚ ਮੈਂ ਐਸਟੈਬਲਿਸ਼ ਹੋ ਗਈ, ਪਰ ਮੈਂ ਮੁੱਕ ਗਈ। ਜਿਹੜੀ ਮੈਂ ਅਸਲੀ ਮੈਂ ਸੀ ਉਹ ਮੁੱਕ ਗਈ। ਤੇ ਮੈਂ ਫਿਰ ਘਰਦਿਆਂ ਨੂੰ ਇਹ ਕਿਹਾ ਵੀ ਮੈਨੂੰ ਇਹ ਨੌਕਰੀ ਨਹੀਂ ਚਾਹੀਦੀ, ਮੈਨੂੰ ਇਹ ਰੈਸਟੋਰੈਂਟ ਨਹੀਂ ਚਾਹੀਦਾ। ਆਈ ਐਮ ਡਾਇੰਗ ਇੰਚ ਬਾਈ ਇੰਚ। ਮੈਂ ਲੇਖਕ ਹਾਂ, ਮੈਂ ਪੜ੍ਹੀ ਲਿਖੀ ਹਾਂ, ਮੈਂ ਲੇਖਕ ਨਾ ਵੀ ਹੋਵਾਂ, ਮੈਂ ਐਜੂਕੇਟਡ ਹਾਂ, ਇਹ ਪੜ੍ਹ ਕੰਮ ਹੈ। ਤੁਸੀਂ ਖੁਸ਼ ਨਹੀਂ ਸੀ? ਮੈਂ ਖੁਸ਼ੀ ਤਾਂ ਕੈਨੇਡਾ ਜਾ ਕੇ ਲੱਭੀ ਹੋਈ ਨਹੀਂ ਨਾ। ਫਿਰ ਇੰਡੀਆ ਤੋਂ ਵੀ ਨਹੀਂ ਸੀ ਖੁਸ਼ੀ ਲੱਭੀ, ਤੇ ਇੱਥੇ ਵੀ ਆ ਕੇ ਕੋਈ ਐਡੀ ਖੁਸ਼ੀ ਨਹੀਂ ਲੱਭੀ ਮਨ ਨੂੰ। ਠੀਕ ਹੈ, ਫਿਰ ਮੈਂ ਜਦੋਂ ਮੈਂ ਛੱਡੀ ਰੈਸਟੋਰੈਂਟ ਛੱਡਿਆ ਮੈਂ, ਉਦੋਂ ਫਿਰ ਮੇਰੇ ਵਾਸਤੇ ਬਹੁਤ ਔਖਾ ਸੀ। ਫਿਰ ਮੈਂ ਘਰ ਆ ਗਈ, ਮੈਂ VCC ਜੁਆਇਨ ਕੀਤਾ। ਮੈਂ ਇੱਥੇ ਰਾਈਟਰਸ ਐਸੋਸੀਏਸ਼ਨ ਤੇ ਜਾਂਦੀ ਹੁੰਦੀ ਸੀ, ਤੇ ਚਲੀ ਜਾਣਾ ਸ਼ੁਰੂ ਕਰਤਾ। ਆਪਣੇ ਬੰਦਿਆਂ ਨੇ ਮੈਨੂੰ ਇਹ ਹੁੰਦਾ ਸੀ ਵੀ ਮੈਨੂੰ ਨੌਕਰੀ ਸਭ ਤੋਂ, ਕਿਉਂਕਿ ਮੈਂ ਆਲਰੇਡੀ ਅਖਬਾਰਾਂ 'ਚ ਲਿਖਦੀ ਹਾਂ ਇੱਥੇ, ਤੇ ਮੈਨੂੰ ਨੌਕਰੀ ਕਿਸੇ ਨਾ ਕਿਸੇ ਅਖਬਾਰ ਵਾਲੇ ਨੇ ਦੇ ਹੀ ਦੇਣੀ ਹੈ। ਈਵਨ ਮੇਰੀ ਅਖਬਾਰ ਵਾਲੇ ਜਿਹੜੇ ਅੱਜ ਤੱਕ ਮੈਨੂੰ ਛਾਪਦੇ ਨੇ, ਉਹਨਾਂ ਨੇ ਵੀ ਮੈਨੂੰ ਹਾਂ ਕਰਕੇ ਨਾ ਕਰ ਦਿੱਤੀ। ਮੈਂ ਵੀ ਉਹਨਾਂ ਦੇ ਮਨ 'ਚ ਕੋਈ ਹੋਏਗਾ ਵੀ ਇਹ ਆਪਣਾ ਰਸਾਲਾ ਕੱਢੇਗੀ, ਆਪਣੀ ਅਖਬਾਰ ਕੱਢੇਗੀ, ਐਸਟੈਬਲਿਸ਼ ਹੋਏਗੀ। ਮੈਨੂੰ ਆਪਣੀਆਂ ਕੁੜੀਆਂ ਸੀ, ਉਹਨਾਂ ਨੇ ਬੜੀ ਮੇਰੀ ਹੈਲਪ ਕੀਤੀ। ਮੈਨੂੰ ਬਰਸਰੀਜ਼ ਦੀ ਮੇਰੀਆਂ ਸਕਾਲਰਸ਼ਿਪ ਮਿਲੇ ਉੱਥੇ ਪੜ੍ਹਨ ਵਾਸਤੇ। ਅਤੇ ਪਰ ਮੈਨੂੰ ਭੇਜਿਆ ਇਹਨਾਂ ਨੇ BC ਕਾਲਜ ਆਫ ਟੀਚਰਸ ਨੇ, ਅਤੇ ਉਹਨਾਂ ਨੇ ਮੈਨੂੰ ਭੇਜਿਆ, ਮੈਨੂੰ ਇਕੁਐਲੈਂਸੀ ਦਿੱਤੀ ਉਹਨਾਂ ਨੇ, ਟੀਚਿੰਗ ਜੋਬ। ਉਸ ਤੋਂ ਬਾਅਦ ਇੱਥੇ ਚਲੋ ਕੋਰਸ ਮਿਲ ਗਿਆ, ਕੋਰਸ ਕੀਤਾ ਉੱਥੇ। ਮੈਂ ਉਹ ਕੋਰਸ ਇਸ ਲਈ ਲਿਆ ਵੀ ਮੈਂ ਆਪਣੇ ਬੰਦਿਆਂ ਦੀ ਹੈਲਪ ਕਰਨਾ ਚਾਹੁੰਦੀ ਸਾਂ, ਜਿਸ ਗੰਦ 'ਚੋਂ ਮੈਂ ਨਿਕਲੀ ਹਾਂ ਲੋਕੀ ਨਾ ਨਿਕਲਣ। ਵੀ ਮੈਨੂੰ ਲੈਂਗੁਏਜ ਦੀ ਪ੍ਰੋਬਲਮ ਨਹੀਂ, ਮੈਂ ਸਿਰ ਵੀ ਫਸਾ ਸਕਦੀ ਹਾਂ, ਮੇਰੇ ਕੋਲ ਸਟੇਬਲ ਘਰ ਹੈ, ਮੇਰੇ ਪੇਰੈਂਟਸ ਨੇ ਜੇ ਮੈਨੂੰ ਲੋੜ ਪਏਗੀ ਤਾਂ ਮੈਂ ਉਹਨਾਂ ਕੋਲ ਜਾ ਸਕਦੀ ਹਾਂ। ਐਂਡ ਆਈ ਵਾਜ਼ ਦਾ ਫਸਟ ਈਸਟ ਇੰਡੀਅਨ ਵੂਮਨ ਜਿਹਨੂੰ ਹਾਇਰ ਕੀਤਾ ਸੀ ਉਹਨਾਂ ਨੇ 350 ਸਟਾਫ ਦੇ ਵਿੱਚੋਂ। ਆਈ ਵਾਜ਼ ਦਾ ਓਨਲੀ ਵੂਮਨ। ਫਿਰ ਉਹਨਾਂ ਮੈਨੂੰ ਕਹਿਣਾ, ਫਿਰ ਮੇਰਾ ਉਹਨਾਂ ਨਾਲ ਇੰਨਾ ਰਿਸ਼ਤਾ ਵਧੀਆ ਹੋ ਗਿਆ ਵੀ ਮੈਨੂੰ ਉਹ ਮਾਂ ਕਹਿਣ ਲੱਗ ਪਏ। ਸਾਰੇ ਮੇਰੇ ਡਾਇਰੈਕਟਰ ਵੀ ਮਾਂ ਕਹਿੰਦੇ ਸੀ ਮੈਨੂੰ। ਉਹਨਾਂ ਮੈਨੂੰ ਇਹ ਕਹਿਣਾ ਵੀ ਵਾਈ ਆਰ ਯੂ ਲਾਈਕ ਦਿਸ, ਆਰ ਆਲ ਈਸਟ ਇੰਡੀਅਨ ਵੂਮਨ ਲਾਈਕ ਦਿਸ। ਮੈਂ ਕਹਿਣਾ ਨਹੀਂ, ਮੈਂ ਕਿਹਾ ਮੈਂ ਆਈ ਐਮ ਐਜੂਕੇਟਡ। ਮੈਂ ਕਿਹਾ ਤੁਹਾਡੀ ਸਾਰੀਆਂ ਦੀ ਪੜ੍ਹਾਈ ਇੱਕ ਬੰਨੇ ਕਰ ਦਿਓ, ਮੇਰੀ ਇਕੱਲੀ ਦੀ ਇੱਕ ਬੰਨੇ ਕਰ ਦਿਓ, ਮੈਂ ਤਾਂ ਵੀ ਉੱਚੀ ਹਾਂ ਤੁਹਾਡੇ ਨਾਲੋਂ। ਮੈਂ ਸੋਚਦੀ ਹਾਂ ਵੀ ਅਨਪੜ੍ਹ ਕੁੜੀਆਂ ਜ਼ਿਆਦਾ ਸਫ਼ਰ ਕਰਦੀਆਂ ਨੇ, ਮੈਂ ਪੜ੍ਹ ਲਿਖ ਕੇ ਬਹੁਤ ਸਫ਼ਰ ਕੀਤਾ। ਪਰ ਮੈਂ ਆਪਣੇ ਸਫ਼ਰ ਨੂੰ ਪਰ ਹੁਣ ਤੁਹਾਨੂੰ ਸਾਰੇ ਜਾਣਦੇ ਨੇ, ਤੁਸੀਂ ਬਹੁਤ ਕਿਤਾਬਾਂ ਲਿਖੀਆਂ, ਹੁਣ ਤੁਸੀਂ ਸਕਸੈਸਫੁਲ ਹੋਏ ਹੋ ਅੰਤ ਵਿੱਚ। ਸਕਸੈਸਫੁਲ ਜਦੋਂ ਤੁਸੀਂ ਵੀ ਬੇਟਾ ਆਪਣੇ ਸੱਚ ਨਾਲ ਖਲੋਂਦੇ ਹੋ ਨਾ, ਜਦੋਂ ਤੁਸੀਂ ਝੂਠ ਨਾਲ ਸਮਝੌਤਾ ਨਹੀਂ ਕਰਦੇ, ਤੁਹਾਡੇ ਅੰਦਰੋਂ ਇੱਕ ਤਾਕਤ ਆਉਂਦੀ ਹੈ। ਕੋਈ ਨਹੀਂ ਹੈਗੀ। ਮੈਂ 13 ਕਿਤਾਬਾਂ ਲਿਖੀਆਂ ਨੇ। ਐਵਰੀ ਈਅਰ ਆਈ ਰਾਈਟ ਅ ਬੁੱਕ। ਔਰ ਹਰ ਸਾਲ ਹੁਣ ਮੇਰਾ ਪ੍ਰੋਜੈਕਟ ਇਸ ਵੇਲੇ ਹੈ, ਮੈਂ ਗੁਸਤਾਖੀ ਮਾਫ ਕਿਤਾਬ ਲਿਖ ਰਹੀ ਹਾਂ, ਜਿਹੜੀ ਇਸ ਵੇਲੇ ਉਹਨੂੰ ਮੈਂ ਐਵਰੀ ਵੀਕ ਛਪਦਾ ਇੰਡੋ ਕੈਨੇਡੀਅਨ ਟਾਈਮ 'ਚ। ਇੱਕ ਰੇਖਾ ਚਿੱਤਰ ਲਿਖ ਰਹੀ ਹਾਂ ਲੋਕਾਂ ਦੇ, ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਮੌਕਾ ਮਿਲਿਆ ਕੈਨੇਡਾ ਵਿੱਚ ਕੁਝ ਕਰਨ ਦਾ, ਜਿਨ੍ਹਾਂ ਨੇ ਕੁਝ ਨਹੀਂ ਕੀਤਾ, ਜਿਨ੍ਹਾਂ ਨੂੰ ਪੋਲੀਟੀਕਲ ਪ੍ਰੈਸ਼ਰ ਅੰਡਰ ਜਾਂ ਆਪਣੀ ਸੈਲਫਿਸ਼ ਨੀਅਤ ਕਰਕੇ ਜਾਂ ਇੰਡੀਅਨ ਪੋਲੀਟਿਕਸ ਕਰਕੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਸਾਡਾ ਬੇੜਾ ਗਰਕ ਕੀਤਾ। ਸਾਨੂੰ ਉਸਾਰਿਆ ਨਹੀਂ, ਐਜ਼ ਏ ਕਮਿਊਨਿਟੀ ਸਾਡਾ ਸਿਰ ਉੱਚਾ ਨਹੀਂ ਕੀਤਾ। ਸੱਚ ਉਹੀ ਹੈ ਕਿ ਜਿਹੜੇ ਝੂਠ ਬੋਲਦੇ ਨੇ ਉਹੀ ਡਰਦੇ ਨੇ, ਉਹ ਅੱਗੇ ਨਹੀਂ। ਸੱਚ ਵਾਲਾ ਕਿਉਂ ਡਰੇਗਾ? ਮੈਂ ਕਿਹਾ ਤੇ ਇੰਡੀਆ ਵਿੱਚ ਤੁਸੀਂ ਇਸ ਲਈ ਡਰਦੇ ਹੋ, MLA ਤੁਹਾਨੂੰ ਆਦਤ ਪੈ ਗਈ ਡਰਨ ਦੀ। ਤੁਹਾਡੇ ਜਿੱਥੇ ਮਰ ਗਿਆ ਤਾਂ ਵੀ ਤੁਸੀਂ MLA ਤੋਂ ਡਿਪੈਂਡ ਕਰਦੇ ਹੋ।
MP ਤੇ ਡਿਪੈਂਡ ਕਰਦੇ ਹੋ, ਜੇ ਕੋਈ ਤੁਹਾਡੇ ਘਰ ਜੂ ਪਿਆ ਜੰਮ ਪਿਆ ਤਾਂ ਵੀ ਤੁਸੀਂ ਡਿਪੈਂਡ ਕਰਦੇ, ਯੂ ਵਾਂਟ ਟੂ ਸ਼ੇਅਰ ਇਟ ਵਿਦ ਦ ਪਾਵਰ। ਇੱਥੇ ਤੁਹਾਡੀ ਤਾਕਤ ਹੈ ਆਪਣੇ ਕੋਲ, ਤੁਹਾਡੇ ਕੋਲ ਯੂ ਆਰ ਮੋਸਟ ਪਾਵਰਫੁਲ, ਯੂ ਹੈਵ ਐਵਰੀ ਰਾਈਟ ਕਿ ਤੁਸੀਂ ਆਪਣੇ ਪੈਰਾਂ ਤੇ ਖੜੋ, ਆਪਣੀ ਗੱਲ ਕਰੋ। ਤੇ ਜੇ ਤੁਸੀਂ ਇਸ ਮੁਲਕ 'ਚ ਸੱਚ ਨਹੀਂ ਬੋਲ ਸਕਦੇ, ਦੁਨੀਆ ਦੇ ਕਿਸੇ ਮੁਲਕ 'ਚ ਸੱਚ ਨਹੀਂ ਬੋਲ ਸਕਦੇ। ਤੁਸੀਂ ਕਿਹੜੇ ਸ਼ਹਿਰ ਇੰਡੀਆ ਤੋਂ ਆਏ ਆ? ਬੇਟਾ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੀ ਅੰਮ੍ਰਿਤਸਰ, ਹਾਂ। ਹਾਂਜੀ, ਪੰਜਾਬ। ਮੈਂ ਪੰਜਾਬ ਤੋਂ, ਅੰਮ੍ਰਿਤਸਰ ਹਾਂਜੀ। ਤੋਂ। ਮੈਂ ਐਕਚੁਅਲੀ ਆਈ ਵਾਸ ਬੋਰਨ ਇਨ ਹਰਿਆਣਾ, ਪੰਜਾਬ ਦੀ ਬੋਰਨ ਨਹੀਂ ਹੈ। ਉਦੋਂ ਦਾ ਪੰਜਾਬ ਇੱਕ ਹੀ ਸੀ, ਪੰਜਾਬ, ਹਾਂਜੀ, ਹਰਿਆਣਾ, ਹਿਮਾਚਲ। ਤੇ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹਾਂ। ਹਾਂਜੀ, ਪੇਕੇ ਸਹੁਰੇ ਸਭ ਕੁਝ ਅੰਮ੍ਰਿਤਸਰ। ਠੀਕ ਹੈ। ਮੇਰੇ ਵੀ ਮੰਮੀ ਅੰਮ੍ਰਿਤਸਰ ਤੋਂ ਨੇ, ਉਹਨਾਂ ਦੀ ਸਾਰੀ ਫੈਮਿਲੀ ਅੰਮ੍ਰਿਤਸਰ ਹੀ ਅੱਛਾ, ਰਹਿੰਦੀ ਹੈ। ਵੈਰੀ ਗੁੱਡ। ਕਿਹੜੀ ਜਗ੍ਹਾ ਤੇ? ਮੈਨੂੰ ਜਗ੍ਹਾ ਨਹੀਂ ਪਤਾ, ਪਰ ਮੈਨੂੰ ਪਤਾ ਹੈ ਕਿ 골ਡਨ ਟੈਂਪਲ ਦੇ ਨਾਲ ਹੀ ਰਹਿੰਦੇ ਨੇ, ਲਾਈਕ ਅੱਛਾ, 2 ਅੱਛਾ। ਮਿੰਟ ਦੀ ਦੂਰੀ ਤੇ। ਉਹ ਸ਼ਹਿਰ 'ਚ? ਹਾਂਜੀ ਸ਼ਹਿਰ 'ਚ। ਹਾਂਜੀ। ਤੇ ਮੈਂ ਲੁਧਿਆਣੇ ਤੋਂ ਅੱਧਾ ਕੁ ਘੰਟਾ ਰਹਿੰਦੀ ਆ, ਔਰ ਮੇਰਾ ਪਿੰਡ ਹੈ ਰੈਕੋਰਡ, ਅੱਧਾ ਘੰਟਾ। ਰਾਏਕੋਟ। ਹਾਂਜੀ। ਤੁਸੀਂ ਲਿਖਣਾ ਕਦੋਂ ਤੋਂ ਅਤੇ ਕਿਸ ਤਰ੍ਹਾਂ ਸ਼ੁਰੂ ਕੀਤਾ? ਮੈਨੂੰ ਪਤਾ ਨਹੀਂ ਕਦੋਂ ਤੋਂ ਲਿਖਤ ਮੈਂ ਸ਼ੁਰੂ ਕੀਤੀ। ਮੇਰੇ ਖਿਆਲ ਮੈਂ 7ਵੀਂ 8ਵੀਂ 'ਚ ਪੜ੍ਹਦੀ ਹੋਈ, 6ਵੀਂ 7ਵੀਂ 'ਚ। ਮੈਨੂੰ ਮੇਰੇ ਪੇਰੈਂਟਸ ਨੇ ਡਿਸੀਜਨ ਲਿਆ ਵੀ ਸ਼ਿਮਲੇ ਤੋਂ ਮੇਰੇ ਫਾਦਰ ਨੌਕਰੀ 'ਚ ਸੀ ਤੇ ਸਾਡੀ ਟ੍ਰਾਂਸਫਰ ਹੋ ਗਈ ਚੰਡੀਗੜ੍ਹ, ਨੰਗਲ ਟ੍ਰਾਂਸਫਰ ਹੋਈ ਮੇਰੇ ਫਾਦਰ ਦੀ। ਉੱਥੇ ਕੋ ਐਜੂਕੇਸ਼ਨ ਸਕੂਲ ਸੀ ਤੇ ਮੇਰੀ ਮਾਂ ਕਵੇ ਵੀ ਮੈਂ ਮੁੰਡਿਆਂ ਦੇ ਸਕੂਲ ਤੋਂ ਪੜ੍ਹਨ ਜਾਣ ਹੀ ਨਹੀਂ ਦੇਣਾ ਇਹਨੂੰ, ਤੇ ਹੋਸਟਲ 'ਚ ਭੇਜਤਾ। ਇਹ ਕਿਉਂ ਸੀ? ਨਹੀਂ ਤਾਂ ਮੁੰਡੇ ਕੁੜੀ ਤੇ ਅੱਜ ਦਾ ਜ਼ਮਾਨਾ ਥੋੜੀ ਹੈ। ਜੀ, ਹਾਂਜੀ। ਤੇ ਉਹਨਾਂ ਨੇ ਕਹਿਣਾ ਵੀ ਨੋ ਤੂੰ ਫਿਰ ਮੈਨੂੰ ਹੋਸਟਲ 'ਚ ਭੇਜਤਾ। ਤੇ ਹੋਸਟਲ ਵੀ ਉਹ ਵੀ ਇੱਕ ਵਾਰੀ ਇੱਕ ਜਗ੍ਹਾ ਤੇ ਸ਼ਿਮਲਾ ਤੇ ਫਿਰ ਅੰਮ੍ਰਿਤਸਰ ਦੇ ਕੋਲ ਕੈਰੋਂ ਪਿੰਡ ਦੇ ਵਿੱਚ ਹੋਸਟਲ ਸੀ ਜਿੱਥੇ ਮੈਨੂੰ ਛੱਡ ਆਏ। ਉੱਥੇ ਛੱਡਿਆ ਤੇ ਕੀ ਵੀ ਮੈਂ ਸਾਰਾ ਦਿਨ ਰੋਂਦੀ ਰਹਿੰਦੀ ਹੁੰਦੀ ਸੀ। ਉੱਥੇ ਗੋਲ ਚੱਕਰ ਸੀ, ਸਟਿਲ ਆਈ ਰਿਮੈਂਬਰ, ਸੀਮੈਂਟ ਦਾ ਬਣਿਆ ਹੋਇਆ। ਉਹਦੇ ਤੇ ਮੈਂ ਕਾਪੀ ਪੈਨਸਲ ਲੈ ਕੇ ਬੈਠ ਜਾਣਾ। ਮੈਂ ਆਉਂਦਾ ਮੈਨੂੰ ਕੱਖ ਨਹੀਂ ਸੀ ਵੀ ਕੀ ਲਿਖਣਾ, ਕੁਝ ਵੀ ਨਹੀਂ ਸੀ ਲਿਖਦੀ। ਬਟ ਇੱਕ ਮੇਰਾ ਬ੍ਰਦਰ ਸੀ ਛੋਟਾ, ਹੀ ਇਜ਼ 11 years younger to me, ਉਹ ਇੱਥੇ ਕੈਨੇਡਾ 'ਚ। ਤੇ ਜਾਂ ਉਹਦੀਆਂ ਸ਼ਰਾਰਤਾਂ ਤੇ ਕਵਿਤਾ ਲਿਖਣੀ ਸ਼ੁਰੂ ਕੀਤੀ। ਤੇ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਕਵਿਤਾ ਲਿਖ ਰਹੀ ਹਾਂ ਜਾਂ ਕੁਝ ਵੀ, ਵਾਟ ਐਵਰ, ਆਈ ਡੋਂਟ ਨੋ। ਪਰ ਮੇਰੇ ਅੰਦਰ ਇੱਕ ਐਡਾ ਵੱਡਾ ਖਿਲਾਫ ਭਰ ਗਿਆ ਸੀ ਉਸ ਕੈਨੇਡਾ, ਉੱਥੇ ਕੈਰੋ ਸਕੂਲ ਵਿੱਚ ਜਾਣ ਨਾਲ। ਇੱਕਦਮ ਆਪਣੇ ਅਸਲੇ ਨਾਲੋਂ ਟੁੱਟ ਗਈ, ਇੱਕਦਮ ਮਾਹੌਲ ਬਦਲ ਗਿਆ। ਜੇ ਮੈਂ 2 ਗੁੱਤਾਂ ਕਰਦੀ ਸੀ ਤੇ ਗੁੱਤਾਂ ਤੇ ਕੁੜੀਆਂ ਮੇਰੀਆਂ ਪੁੱਟਦੀਆਂ ਹੁੰਦੀਆਂ ਸੀ ਵੀ ਇੱਕ ਕਰਨੀ ਹੈ। ਤੋ ਕੈਰੋ ਸਾਹਿਬ ਦਾ ਰਾਜ ਹੁੰਦਾ ਸੀ ਉਦੋਂ, ਬੀਬੀ ਸ਼ਮਸ਼ੇਰ ਕੌਰ ਉਹਨਾਂ ਦੀ ਸਾਲੀ ਸਾਡੀ ਪ੍ਰਿੰਸੀਪਲ ਹੁੰਦੀ ਸੀ ਤੇ ਉਹ ਸੋਟੀਆਂ ਨਾਲ ਕੁੱਟਦੀ ਸੀ ਨਿਆਣਿਆਂ ਨੂੰ। ਤੇ ਮੇਰੇ ਖਿਆਲ ਮੈਂ 10ਵੀਂ ਫੇਲ ਕੀਤੀ ਸੀ ਕੈਰੋ ਸਕੂਲ 'ਚ, ਪਾਸ ਨਹੀਂ ਸੀ ਹੋਈ ਮੈਂ। ਫਿਰ ਮੈਂ ਉਸੇ ਸਕੂਲ 'ਚ ਪੜ੍ਹੀ ਜਿੱਥੇ ਮੇਰੀ ਮਾਂ ਕਹਿੰਦੀ ਸੀ ਵੀ ਮੈਂ ਕੋ ਐਜੂਕੇਸ਼ਨ 'ਚ ਨਹੀਂ ਭੇਜਣਾ। ਉੱਥੋਂ ਮੈਂ ਮੈਟ੍ਰਿਕ ਪਾਸ ਕੀਤੀ। ਫਿਰ ਅੰਬਾਲੇ ਇੱਥੋਂ ਹੀ ਆ ਕੇ ਫਿਰ ਪਤਾ ਨਹੀਂ ਮੈਂ ਜਦੋਂ ਮੈਨੂੰ ਯਾਦ ਹੈ ਵੀ ਮੈਂ ਫਸਟ ਪੋਇਮ ਲਿਖੀ, ਮੈਨੂੰ ਇੱਕ ਚੰਡੀਗੜ੍ਹ ਗਵਰਨਮੈਂਟ ਕਾਲਜ ਮੈਂ ਪੜ੍ਹਨ ਪਈ। ਫਿਰ ਉਸ ਤੋਂ ਬਾਅਦ ਤੇ ਇਹਦਾ ਮਤਲਬ ਕੁਝ ਅੰਦਰੋਂ ਹੀ ਸੀ? ਨਹੀਂ, ਮੈਂ ਆਈ ਵਾਸ ਬੋਰਨ ਵਿਦ, ਪਰ ਮੈਨੂੰ ਤਾਂ ਸਾਡੇ ਤਾਂ ਇਲਾਕੇ 'ਚ ਕੋਈ ਕੁੜੀ ਪੜ੍ਹੀ ਲਿਖੀ ਹੈ ਨਹੀਂ ਸੀ। ਆਈ ਵਾਸ ਦ ਫਸਟ ਕੁੜੀ ਜਿਹੜੀ ਕਾਲਜ ਸਕੂਲ 'ਚ ਗਈ। ਸਾਰੇ ਇਲਾਕੇ 'ਚ, ਪਿੰਡ 'ਚ, ਸਾਰੇ 'ਚ ਕਿਤੇ ਕੋਈ ਕੁੜੀ ਪੜ੍ਹੀ ਲਿਖੀ ਹੈ ਨਹੀਂ ਸੀ। ਸਕਾਲਰਸ਼ਿਪ ਮਿਲਿਆ ਯੂਨੀਵਰਸਿਟੀ 'ਚੋਂ MA ਕਰਨ ਵਾਸਤੇ। ਤੁਹਾਡੀ ਉਦੋਂ ਐਜੂਕੇਸ਼ਨ ਦੀ ਜਿਹੜੀ ਵੈਲਿਊ ਸੀ, ਮੈਟਰੀਮੋਨੀਅਲ ਵੈਲਿਊ ਸੀ। ਜਿੱਦਣ ਚੰਗਾ ਮੁੰਡਾ ਲੱਭ ਗਿਆ ਪੜ੍ਹਾਈ ਖੂਚ। ਮੈਂ ਯੂਨੀਵਰਸਿਟੀ 'ਚ ਟੌਪਰ ਸੀ, ਪਟਿਆਲਾ ਯੂਨੀਵਰਸਿਟੀ 'ਚੋਂ ਸਕਾਲਰਸ਼ਿਪ ਮਿਲਿਆ ਪੰਜਾਬੀ ਡਿਪਾਰਟਮੈਂਟ 'ਚੋਂ ਮੈਨੂੰ। ਤੇ ਮੈਂ ਕਿਤਾਬ ਲਿਖੀ ਹੈ ਨਾ ਸੜਕਾਂ ਨਾ ਦਾਇਰੇ। ਮੈਂ ਹੁਣ ਵੀ ਇਹਨੂੰ ਪੜ੍ਹ ਕੇ ਰੋ ਰਹੀ ਸੀ ਥੱਲੇ। ਦਿਸ ਇਜ਼ ਇਹ ਮੇਰੀ ਬਾਇਓਗ੍ਰਾਫੀ ਹੈ। ਮੈਨੂੰ ਕਹਿੰਦੇ ਜੀ ਪਤਲੀ ਨਿੱਕੀ ਰਹਿ ਗਈ। ਮੈਂ ਕਿਹਾ ਵੀ ਗੱਲ ਆ, ਇਹਨੂੰ ਜਿੰਨੀ ਮਰਜ਼ੀ ਐਕਸਪੈਂਡ ਕਰ ਲਓ, ਇਹ ਇੱਕ ਸਿਟਿੰਗ 'ਚ ਪੜ੍ਹਨ ਵਾਲੀ ਹੈ। ਕਿਸ ਤਰੀਕੇ ਦੀਆਂ ਰਚਨਾਵਾਂ ਰਚੀਆਂ ਹਨ, ਸਾਨੂੰ ਉਹਨਾਂ ਬਾਰੇ ਦੱਸੋ। ਹਾਂਜੀ, ਜ਼ਿੰਦਗੀ ਦੀਆਂ ਜੋ ਮੈਂ ਆਸੇ ਪਾਸੇ ਵੇਖਿਆ, ਜੋ ਜ਼ਿੰਦਗੀ ਨੇ ਮੈਨੂੰ ਵਿਖਾਇਆ। ਐਕਚੁਅਲੀ ਹਰ ਰਾਈਟਰ ਜਿਹੜਾ ਨਾ ਉਹ ਆਪਣੀ ਜ਼ਿੰਦਗੀ ਦੀ ਗੱਲ ਕਰਦਾ, ਦੂਜੇ ਦੀ ਜ਼ੁਬਾਨੀ। ਮੈਂ ਆਪਣੀ ਲੋਕਾਂ ਦੀ ਜ਼ਿੰਦਗੀ ਦੀ ਗੱਲ ਆਪਣੀ ਜ਼ੁਬਾਨੀ ਕੀਤੀ ਹੈ। ਮੈਂ ਜੇ ਕਿਸੇ ਦੀ ਵੀ ਗੱਲ ਕਰਨੀ ਉਹ ਆਪਣੇ ਨਾਲ ਜੋੜ ਕੇ ਕੀਤੀ ਹੈ। ਕੋਸ਼ਿਸ਼ ਇਹੀ ਕੀਤੀ, ਫਸਟ ਪਰਸਨ 'ਚ ਲਿਖੀਆਂ ਨੇ ਕਹਾਣੀਆਂ। ਤੁਹਾਡਾ ਕੈਨੇਡਾ ਵਿੱਚ ਬਬਲ ਤੇ
ਪੰਜਾਬੀ ਸਮਾਜ ਬਾਰੇ ਕੀ ਖਿਆਲ ਹੈ? ਇਹ ਦੇਖੋ, ਜਿਹੜਾ ਪੰਜਾਬੀ ਸਮਾਜ ਪਹਿਲਾਂ ਇੱਥੇ ਆਇਆ ਸੀ ਨਾ, ਹਾਂਜੀ ਜਿਹਨੂੰ ਅਸੀਂ ਅੱਜ ਵੇਚ ਕੇ ਖਾ ਰਹੇ ਹਾਂ, ਹਾਂਜੀ ਕਾਮਾ ਗਾਟਾ ਮਾਰੂ ਤੇ ਔਲ, ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਆਪ ਗਵਾ ਕੇ ਤੁਹਾਡੇ ਲਈ ਇੱਕ ਪੈਡੈਸਟਲ ਤਿਆਰ ਕੀਤਾ, ਹਾਂਜੀ ਇੱਕ ਧਰਤੀ ਤਿਆਰ ਕੀਤੀ, ਇੱਕ ਤੁਹਾਨੂੰ ਜ਼ਮੀਨ, ਉਪਜਾਊ ਜ਼ਮੀਨ ਦਿੱਤੀ ਜਿਹਦੇ ਵਿੱਚ ਅਸੀਂ ਪਲ ਰਹੇ ਹਾਂ, ਅਸੀਂ ਐਸਟੈਬਲਿਸ਼ ਹੋਏ ਹਾਂ ਆ ਕੇ। ਪਰ ਇੱਕ ਗੱਲ ਤਾਂ ਪੱਕੀ ਹੈ, ਮੈਂ ਮੇਨ ਸਟਰੀਮ 'ਚ ਨੌਕਰੀ ਕਰਕੇ ਹਾਂਜੀ ਇਹ ਵੇਖਿਆ ਮੈਂ ਕਿ ਜਿਹੜੇ ਗੋਰੇ ਨੇ ਉਹ ਸਾਨੂੰ ਅਜੇ ਵੀ ਉਸੇ ਹੀ ਨਜ਼ਰ ਨਾਲ ਵੇਖਦੇ ਨੇ ਜਿਹਦੇ ਨਾਲ ਪਹਿਲਾਂ ਵੇਖਦੇ ਸੀ। ਹਾਂਜੀ ਉਹ ਮੈਨੂੰ ਅਖਬਾਰ ਲੈ ਕੇ ਆਉਂਦੇ ਦਫ਼ਤਰ 'ਚ, ਵਾਈ ਯੂ ਬਰਨ ਯੂਰ ਵੂਮਨ, ਵਾਈ ਯੂ ਕਿਲ ਯੂਰ ਡਾਟਰਸ, ਹੈ ਨਾ। ਮੈਂ ਸਮਝਾਉਣ ਦੇ ਇੱਥੋਂ ਤੱਕ ਵੀ ਮੈਨੂੰ ਕਿਹਾ ਗਿਆ ਕਿ ਇਫ ਯੂ ਕਾਂਟ ਕੋਪ ਗੋ ਬੈਕ ਟੂ ਯੂਰ ਕੰਟਰੀ। ਮੈਂ ਇੱਕ ਨੂੰ ਫੜ ਲਿਆ, ਮੈਂ ਬਾਹਰ ਤੋਂ, ਮੈਂ ਕਿਹਾ ਆ ਜਾ, ਮੈਂ ਕਿਹਾ ਇੰਝ ਕਰ, ਮੈਂ ਵੀ ਟਿਕਟ ਲੈਣੀ ਹੈ, ਤੇਰੀ ਵੀ ਲੈਣੀ ਹੈ, ਬਿਕੋਜ਼ ਦਿਸ ਇਜ਼ ਨਾਟ ਯੂਰ ਕੰਟਰੀ, ਤੂੰ ਵੀ ਕਿਤੇ ਹੋਰ ਆਈ ਹੈ। ਤੇ ਤੁਸੀਂ ਭਾਰਤ ਵਿੱਚ ਵੀ ਰਹੇ ਹੋ ਅਤੇ ਤੁਸੀਂ ਕੈਨੇਡਾ ਵਿੱਚ ਵੀ ਰਹੇ ਹੋ, ਸੋ ਤੁਸੀਂ ਦੋਵਾਂ ਮੁਲਕਾਂ ਵਿੱਚੋਂ ਕਿੱਥੇ ਜ਼ਿਆਦਾ ਰਹਿਣਾ ਪਸੰਦ ਕਰੋਗੇ? ਮੈਂ ਕੈਨੇਡਾ 'ਚ, ਤੇ ਇਹ ਕਿਉਂ? ਕਿਉਂਕਿ ਕੈਨੇਡਾ ਇਹ ਨਹੀਂ ਹੈਗਾ ਵੀ ਮੈਨੂੰ ਇੰਡੀਆ 'ਚ ਮੇਰੀ ਬਹੁਤ ਅੱਛੀ ਲਾਈਫ ਸੀ। ਹਾਂਜੀ ਜੇ ਤੁਸੀਂ ਕਹਿਣਾ, ਮੇਰੀ ਲਾਈਫ ਇੰਡੀਆ ਦੇ ਵਿੱਚ ਘੱਟ ਤੋਂ ਘੱਟ ਮੇਰੇ ਕੋਲ ਡਰਾਈਵਰ ਸੀ, ਸਰਕਾਰੀ ਕਾਰ ਸੀ, ਰੋਟੀਆਂ, ਨੌਕਰ ਚਾਕਰ ਸਭ ਕੁਝ ਸੀ ਮੇਰੇ ਕੋਲ। ਇੰਨੀ ਵੱਡੀ ਕੋਠੀ ਸੀ, 8-9 ਕਮ ਬੈਡਰੂਮ ਦੀ ਕੋਠੀ ਸੀ, ਲਾਈਕ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਸਰਕਾਰੀ ਝੰਡੀ ਸੀ, ਸਭ ਕੁਝ ਸੀ। ਬਟ ਸਟਿਲ ਮੈਂ ਪ੍ਰੈਫਰ ਕਰਦੀ ਹਾਂ ਇਸ ਮੁਲਕ ਵਿੱਚ ਤੁਹਾਨੂੰ ਤੂੰ ਹੋਣ ਦਾ, ਮੈਂ ਹੋਣ ਦਾ ਮੌਕਾ ਮਿਲਿਆ। ਕਦੇ ਕਦੇ ਮੇਰਾ ਜੀ ਕਰਦਾ ਮੈਂ ਗਵਰਨਮੈਂਟ ਨੂੰ ਕਹਾਂ ਵੀ 10 ਸਾਲ ਲਈ ਐਂਟਰੀ ਬੰਦ ਕਰ ਦਿਓ, ਹਾਂਜੀ ਜੇ 10 ਸਾਲ ਲਈ ਐਂਟਰੀ ਬੰਦ ਕਰ ਦਿਓ, ਫਿਰ ਜਿਹੜੇ ਇੱਥੇ ਲੋਕ ਨੇ ਉਹ ਜਿਹੜਾ ਗੰਦ ਬਹਿ ਜਾਏਗਾ। ਹਾਂਜੀ ਉਹਨਾਂ ਨੂੰ ਪਤਾ ਵੀ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਉਹ ਉਹਨਾਂ ਨੂੰ ਲਿਆਈ ਕਿਉਂ ਜਾ ਰਹੇ ਨੇ। ਬਹੁਤ ਚੇਂਜ ਆਈ ਹੈ। ਦੇਖੋ ਪ੍ਰੋਬਲਮ ਹੈ, ਚੀਨੇ ਵੀ ਇਹੀ ਕੁਝ ਕਰਦੇ ਨੇ, ਫਿਲੀਪੀਨੇ ਵੀ ਇਹੀ ਕੁਝ ਕਰਦੇ ਨੇ, ਪਰ ਅਸੀਂ ਪ੍ਰੋਮੀਨੈਂਟ ਹੋ ਜਾਂਦੇ ਹਾਂ, ਅਸੀਂ ਚੌਂਕ 'ਚ ਖਲੋ ਕੇ ਉਹੀ ਗੱਲ ਕਹਿੰਦੇ ਹਾਂ ਜਿਹੜੀ ਉਹ ਅੰਦਰ ਵੜ ਕੇ ਕਰਦੇ ਨੇ। ਤੁਸੀਂ ਇੰਡੀਆ ਨੂੰ ਵਾਪਸ ਜਾਂਦੇ ਆ? ਪਹਿਲਾਂ ਮੈਂ 15 ਇਅਰਸ ਬਾਅਦ ਗਈ ਸੀ, ਕਿਉਂਕਿ ਮੇਰਾ ਕੋਈ ਨਹੀਂ ਹੈਗਾ ਇਸ ਵੇਲੇ ਉੱਥੇ। ਹਾਂਜੀ ਤੇ ਮੇਰਾ ਇੱਕ ਬ੍ਰਦਰ ਉਹ ਇੱਥੇ, ਇੱਕ ਮੇਰੀ ਬੇਟੀ ਉਹ ਵੀ ਇੱਥੇ, ਇੱਕ ਮੇਰਾ ਬੇਟਾ ਉਹ ਵੀ ਇੱਥੇ। ਜ਼ਮੀਨ ਜ਼ਮੂਨ ਹੈਗੀ ਸੀ, ਉਹ ਵੇਚ ਆਈ ਸੀ। ਹਾਂਜੀ ਕੋਠੀ ਸੀਗੀ ਕਾਫੀ ਚਿਰ ਰੱਖੀ, ਉਹ ਵੀ ਵੇਚ ਆਈ ਸੀ। ਫਿਰ ਹੁਣ ਕੋਈ ਮੈਨੂੰ ਬਹੁਤੀ ਮੈਂ ਵੈਸੇ ਹੁਣ 3 ਸਾਲ ਹੋ ਗਏ ਗਈ ਸੀ, ਕਿਉਂਕਿ ਸਾਡੀ ਜੁਆਇੰਟ ਫੈਮਿਲੀ ਹੈ ਉੱਥੇ। ਮੇਰੇ ਬ੍ਰਦਰ ਵਗੈਰਾ ਹੈਗੇ ਨੇ, ਤਾਏ ਚਾਚੇ ਦੇ ਪੁੱਤ, ਉਹਨਾਂ ਕੋਲ ਜਾਂਦੀ ਹਾਂ ਮੈਂ। ਇੰਦਰਜੀਤ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਸਾਨੂੰ ਲੱਗਿਆ। ਅਖੀਰ ਵਿੱਚ ਤੁਸੀਂ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਆ? ਸੁਣਨ ਵਾਲਿਆਂ ਨੂੰ ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਪੰਜਾਬੀ ਪੜ੍ਹਦੀਆਂ ਜੀ, ਪੰਜਾਬੀ ਜਾਣਦੇ ਹੋ। ਇਸ ਮੁਲਕ 'ਚ ਲੋਕਾਂ ਦੇ ਤੁੱਕੇ ਲੱਗੇ ਨੇ। ਜਿਹੜਾ ਇੰਡੀਆ ਟੈਕਸੀ ਚਲਾਉਂਦਾ ਸੀ ਉਹ ਇੱਥੇ ਡਾਕਟਰ ਹੈ, ਜਿਹੜਾ ਉੱਥੇ ਡਾਕਟਰ ਸੀ ਉਹ ਇੱਥੇ ਟੈਕਸੀ ਚਲਾਉਂਦਾ। ਮੈਂ ਇਹ ਚਾਹੁੰਦੀ ਹਾਂ ਕਿ ਬੀ ਓਨੈਸਟ ਟੂ ਯੋਰਸੈਲਫ। ਤੁਹਾਡੇ ਅੰਦਰ ਇੱਕ ਏਡੀ ਵੱਡੀ ਤਾਕਤ ਹੈ ਜਿਹੜੀ ਤੁਸੀਂ ਹਰ ਇੱਕ ਨਾਲ ਟਕਰਾ ਸਕਦੇ ਹੋ ਜੇ ਤੁਸੀਂ ਆਪਣੇ ਸਾਹਮਣੇ ਖਲੋਣ ਦੀ ਜੁਰਤ ਕਰਦੇ ਹੋ। ਜੇ ਤੁਹਾਡੇ ਵਿੱਚ ਇੰਨੇ ਗਟਸ ਨੇ, ਆਪਣੇ ਆਪ ਨੂੰ ਫੇਸ ਕਰ ਸਕਦੇ ਹੋ ਤੁਸੀਂ, ਫਿਰ ਤੁਸੀਂ ਦੁਨੀਆ ਨੂੰ ਬੜੇ ਆਰਾਮ ਨਾਲ ਫੇਸ ਕਰ ਸਕਦੇ ਹੋ। ਔਰ ਤੁਹਾਨੂੰ ਮੇਰਾ ਖਿਆਲ ਹੈ ਕਿ ਦੁਨੀਆ ਵਿੱਚ ਇਸ ਮੁਲਕ 'ਚ ਆ ਕੇ ਕਿਸੇ ਕੋਲੋਂ ਡਰਨ ਦੀ ਕੋਈ ਲੋੜ ਨਹੀਂ। ਹਾਂਜੀ ਤੁਹਾਡੇ ਲਈ ਸਕਾਈ ਇਜ਼ ਦ ਲਿਮਿਟ। ਮੈਂ ਸੋਚਦੀ ਹਾਂ ਕੈਨੇਡਾ ਤੁਹਾਨੂੰ ਮੈਂਡ ਕਰਦਾ ਹੈ ਔਰ ਇੰਨਾ ਸ਼ਾਰਪ ਕਰਦਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕੁਝ ਵੀ ਬਣ ਸਕਦੇ ਹੋ। ਇਟਸ ਅ ਕੰਟਰੀ ਆਫ ਪੋਸੀਬਿਲਿਟੀਜ਼, ਇਟਸ ਅ ਕੰਟਰੀ ਆਫ ਡ੍ਰੀਮਸ। ਮੈਂ ਜੋ ਸੁਪਨਾ ਵੇਖਿਆ, ਮੈਂ ਆਪਣੇ ਪੈਰਾਂ 'ਤੇ ਖਲੋਤੀ, ਮੈਂ ਆਪਣੀ ਜ਼ਮੀਨ ਆਪਣੇ ਪੈਰਾਂ ਥੱਲੇ ਰੱਖੀ, ਆਪਣਾ ਆਸਮਾਨ ਸਿਰਜਿਆ। ਜੋ ਕੁਝ ਮੈਂ ਨਾ ਮੈਨੂੰ ਮਰਨ ਤੋਂ ਡਰ ਲੱਗਦਾ ਹੁਣ, ਨਾ ਜਿਉਣ ਤੋਂ ਡਰ ਲੱਗਦਾ, ਕੋਈ ਹੈ ਨਹੀਂ। ਮੈਂ ਆਈ ਹੈਵ ਡਨ ਵਾਟ ਵਾਸ ਮੇਰੇ ਫਰਜ਼ ਸੀ ਜੋ ਮੇਰਾ। ਹੁਣ ਮੈਂ ਅੱਜ ਕੱਲ੍ਹ ਲੋਕਾਂ ਦੇ ਖਾਕੇ ਖਿੱਚਣੇ ਲਏ ਨੇ, ਉਹ ਮੇਰੀ ਕਿਤਾਬ ਮੇਰਾ ਨੈਕਸਟ ਵੈਂਚਰ ਹੋਏਗੀ 2015 'ਚ। 14 'ਚ ਮੈਂ ਐਵਰੀ ਈਅਰ ਮੇਰਾ ਪਬਲਿਸ਼ਰ ਆਉਂਦਾ ਇੱਥੇ, ਜਦੋਂ ਮੇਰੀ ਇੱਕ ਕਿਤਾਬਾਂ ਲੈ ਜਾਂਦਾ, ਇੱਕ ਭੇਜ ਦਿੰਦਾ। ਉਹ ਆਏਗਾ, ਲੈ ਕੇ ਆਏਗਾ, ਮਰਿਆਦਾ ਲਿਆਏਗਾ, ਰਿਲੀਜ਼ ਕਰਾਂਗੇ, ਫਿਰ ਨਵੀਂ ਦੇ ਦਾਂਗੇ ਉਹਨੂੰ ਛਾਪਣ ਵਾਸਤੇ। ਤੁਹਾਨੂੰ ਮਰਿਆਦਾ ਤੋਂ ਬਾਅਦ ਤੁਹਾਨੂੰ ਪਤਾ ਹੈ ਤੁਸੀਂ ਕੀ ਲਿਖਣਾ ਹੋਵੇ?
ਇੱਕ ਮੈਂ ਸਰਦਲਾਂ ਦੇ ਆਰ ਪਾਰ ਲਿਖੀ ਕਿਤਾਬ ਹਾਂਜੀ। ਪਈ ਹੈ ਸਟੋਰੀਜ਼ ਦੀ। ਐਮਫਿਲ ਕੀਤੀ ਹੈ ਮੇਰੀਆਂ ਸਟੋਰੀਜ਼ ਤੇ। ਥੈਂਕ ਯੂ ਬੇਟਾ, ਜਿਉਂਦੀਆਂ ਵਸਦੀਆਂ ਰਹੋ। ਹੋਰ ਪੁੱਛੋ ਕੋਈ। ਬਸ ਆਪਣਾ ਕੀਮਤੀ ਸਮਾਂ ਸਾਨੂੰ ਓ ਯਾ ਤੁਹਾਡਾ ਬਹੁਤ ਥੈਂਕ ਯੂ ਧੰਨਵਾਦ। ਥੈਂਕ ਯੂ ਤੇ ਥੈਂਕ ਆਪਾਂ ਯੂ। ਆਸ ਕਰਦੇ ਹਾਂ ਕਿ ਤੁਸੀਂ ਹੋਰ ਬਹੁਤ ਸਾਰੀਆਂ ਦਿਲਚਸਪ ਰਚਨਾਵਾਂ ਰਚੋਗੇ ਤੇ ਸਤਿ ਸ਼੍ਰੀ ਜਿੰਨਾ ਅਕਾਲ। ਚਿਰ ਬੇਟਾ ਕਲਮ ਚੱਲਦੀ ਹੈ ਉਹਨਾਂ ਚਿਰ ਤੇ ਕਰਾਂਗੀ।